अवल अल्लाह नूर उपाया कुदरत के सब बंदे एक नूर ते सब जग उपजिया कौन भले को मंदे। हाजिर टीवी देख रहे सारे दर्शकों का मैं जसकीरत सिंह आलूवालिया ते मेरे साथी हरविंदर सिंह जी थोड़ा प्रोग्राम विचार चर्चा दे विच स्वागत करते हैं। हरविंदर सिंह जी की हाल है जी? बहुत वधिया जसकीरत। ठीक हो? सेहता किदा? सेहता ठीक है जी। मौसम का की लग रहा है? मौसम कदे धुप कदे छां दोबारा फिर खराब हो रहा जी पंजाब का मौसम। बिल्कुल बिल्कुल आ 2 दिन पहला तो बहुत वधिया मौसम रहा जी, पर देख के उदों ਜਦੋਂ ਜਾਈਦਾ ਸੀ ਤੇ ਲੱਗਦਾ ਸੀ ਕਾਸ਼ ਇੱਦਾਂ ਹੀ ਰਵੇ जी जी, ਪਰ ਉਹ ਚੀਜ਼ ਬਣੀ ਨਹੀਂ ਜਿਹੜੀ ਚੀਜ਼ ਬਣ जाएगी। कोई गल नहीं जी। अजकल फिज़ा ਜਿਹੜੀ ਹੈ ਉਹ ਆਪਾਂ ਜੇ ਵੈਦਰ ਦੇ ਤੌਰ ਦੇ ਉੱਤੇ ਵੀ ਲੈ ਕੇ ਚੱਲਦੇ ਹਾਂ ਤੇ ਆਪਣੇ ਰੁੱਖ ਬਦਲਦੀ ਰਹਿੰਦੀ ਹੈ। ਜੇ ਵੈਸੇ ਆਪਾਂ ਜ਼ਮੀਨੀ ਹਕੀਕਤ ਵਿੱਚ ਵੀ ਲੈ ਕੇ ਚੱਲੀਏ ਤੇ ਆਪਣੇ ਉਹ ਰੰਗ ਬਦਲਦੀ ਰਹਿੰਦੀ ਹੈ। ਬਿਲਕੁਲ ਬਿਲकुल ਕੱਲ ਪਰਸੋਂ ਨੂੰ ਮੈਨੂੰ ਯਾਦ ਆ ਕਿ ਆਪਾਂ ਨੂੰ ਮਤਲਬ ਕਿ ਏਸੀ ਦੀ ਲੋੜ ਨਹੀਂ ਸੀ ਪੈ ਰਹੀ ਜੀ ਜੀ, ਪਰ ਅੱਜ ਫਿਰ ਏਸੀ ਵੀ ਜਿਹੜਾ ਹੈਗਾ ਉਹ ਵੀ ਜਵਾਬ ਜਿਹਾ ਦੇ ਗਿਆ ਜੀ, ਕਹਿੰਦਾ ਕਿ ਨਹੀਂ ਜੀ ਇਹ ਗਰਮੀ ਬਹੁਤ ਆ ਤੇ ਮੈਂ ਆਪ ਤਪਿਆ ਹੋਇਆ। ਸਹੀ ਗੱਲ ਮੈਨੂੰ ਠੰਡਾ ਕਰਨ ਨੂੰ ਕੁਝ ਦਿਓ ਪਹਿਲਾਂ। ਸਹੀ ਗੱਲ ਹੈ ਜੀ। ਅੱਛਾ ਹਰਵਿੰਦਰ ਸਿੰਘ ਜੀ ਮੈਨੂੰ ਇੱਕ ਗੱਲ ਦੱਸੋ, ਇਹ ਕਿਤੇ ਨਾ ਕਿਤੇ ਮੇਰਾ ਭੁਲੇਖਾ ਆ ਜਾਂ ਗੱਲ ਸੱਚੀ ਹੋ ਆ ਕਿ ਅੱਜ ਤੋਂ ਕਰੀਬਨ 10-15 ਸਾਲ ਪਹਿਲਾਂ ਇੰਨੀ ਉਹ ਨਹੀਂ ਸੀ ਹੁੰਦੀ, ਗਰਮੀ ਨਹੀਂ ਸੀ ਪੈਂਦੀ ਮਈ ਦੇ ਮੌਸਮ ਦੇ ਵਿੱਚ। ਜੀ ਜੀ, ਇਹ ਮੇਰਾ ਭੁਲੇਖਾ ਆ ਜਾਂ ਇੱਦਾਂ ਹੁੰਦਾ ਸੀਗਾ? ਨਹੀਂ, ਤੁਹਾਡਾ ਭੁਲੇਖਾ ਨਹੀਂ ਹੈ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਜੀ। ਜਿਵੇਂ ਜਿਵੇਂ ਟਾਈਮ ਨਿਕਲ ਰਿਹਾ ਹੈ ਔਰ ਗਲੋਬਲ ਵਾਰਮਿੰਗ ਜਿਹੜੀ ਹੈ ਉਹ ਆਪਣਾ ਅਸਲੀ ਰੂਪ ਦਿਖਾ ਰਹੀ ਹੈ ਔਰ ਗਰਮੀ ਵੱਧ ਰਹੀ ਹੈ। ਮੌਸਮ ਦੇ ਵਿੱਚ ਚੇਂਜਸ ਜਿਹੜੀਆਂ ਨੇ ਉਹ ਲਗਾਤਾਰ ਆ ਰਹੀਆਂ ਨੇ। ਜੇ ਮੈਂ ਹੁਣ ਵੀ ਗੱਲ ਕਰਾਂ ਕਿ 10 ਸਾਲ ਪਹਿਲਾਂ ਦਾ ਮੌਸਮ ਔਰ ਅੱਜ ਦਾ ਜਿਹੜਾ 10 ਸਾਲ ਬਾਅਦ ਦਾ ਮੌਸਮ ਹੈ ਬੜਾ ਫਰਕ ਹੈ। 20 ਸਾਲ ਪਹਿਲਾਂ ਝੜੀਆਂ ਲੱਗਦੀਆਂ ਹੁੰਦੀਆਂ ਸੀ, ਇਸ ਤੋਂ ਬਾਅਦ ਜੇ ਪਿੱਛੇ ਹੋਰ ਚੱਲ ਜਾਂਦੇ ਹਾਂ 30 ਸਾਲ ਪਹਿਲਾਂ ਮੌਸਮ 'ਚ ਝੜੀ ਲੱਗਦੀ ਹੁੰਦੀ ਸੀ, ਹਫ਼ਤਾ ਮੀਂਹ ਨਹੀਂ ਸੀ ਹਟਦਾ ਹੁੰਦਾ, ਲੋਕਾਂ ਦੇ ਕੋਠੇ ਚੋਣ ਲੱਗ ਜਾਂਦੇ ਹੁੰਦੇ ਸੀ ਲੇਕਿਨ ਮੀਂਹ ਨਹੀਂ ਸੀ ਹਟਦਾ। ਹੜ੍ਹ ਵਰਗੇ ਹਾਲਾਤ ਜਿਹੜੇ ਹੁੰਦੇ ਸੀ ਉਹ ਬਣ ਜਾਂਦੇ ਹੁੰਦੇ ਸੀ। ਲੇਕਿਨ ਹੁਣ ਤੇ ਮੀਂਹ ਨਹੀਂ ਕਿਤੇ ਪੈ ਰਿਹਾ, ਹੜ੍ਹ ਤਾਂ ਬਹੁਤ ਦੂਰ ਦੀ ਗੱਲ ਰਹੀ ਹੈ। ਬਿਲਕੁਲ ਇਹ ਗਲੋਬਲ ਵਾਰਮਿੰਗ ਜਿਹੜੀ ਆ ਜਦੋਂ ਆਪਾਂ ਛੋਟੇ ਹੁੰਦੇ ਸਾਨੂੰ ਉਦੋਂ ਪੜ੍ਹਦੇ ਸੀਗੇ, ਸਾਨੂੰ ਪੜ੍ਹਾਇਆ ਜਾਂਦਾ ਸੀ ਵੀ ਇਹ ਚੀਜ਼ ਆ ਰਹੀ ਆ। ਉਦੋਂ ਪਤਾ ਨਹੀਂ ਸੀਗਾ ਕਿ ਵੀ ਗਲੋਬਲ ਵਾਰਮਿੰਗ ਜਿਹੜੀ ਆ ਉਹ ਇੰਨਾ ਕੁ ਆਪਣਾ ਅਸਰ ਦਿਖਾਊਗੀ। ਰੀਜ਼ਨ ਉਹਦਾ ਇਹੀ ਦੱਸਿਆ ਜਾਂਦਾ ਸੀ ਵੀ ਜਿਹੜੇ ਅਸੀਂ ਪੇੜ ਕੱਟ ਰਹੇ ਹਾਂ, ਦਰਖਤਾਂ ਨੂੰ ਪੱਟ ਰਹੇ ਹਾਂ, ਨਵੀਆਂ ਬਿਲਡਿੰਗਾਂ ਬਣ ਰਹੀਆਂ ਨੇ, ਛਾਂ ਕਿਤੇ ਹੈ ਨਹੀਂ। ਅੱਜ ਤੁਸੀਂ ਬਾਹਰ ਗੱਡੀ ਤੱਕ ਚੱਲ ਜਾਓ, ਜੇ ਤੁਹਾਡੀ ਗੱਡੀ ਪਾਰਕ ਮਤਲਬ ਬਾਹਰ ਪਾਰਕ ਦੇ ਵਿੱਚ ਘਰ ਦੇ ਬਾਹਰ ਖੜੀ ਹੈ ਠੀਕ ਹੈ ਤੇ ਜੇ ਗੱਡੀ 'ਚ ਜੀ 10 ਮਿੰਟ ਤਾਂ ਬਹਿ ਨਹੀਂ ਹੁੰਦਾ ਬੰਦੇ ਤੋਂ, ਸਹੀ ਗੱਲ, ਇੰਨੀ ਤੱਪੀ ਹੁੰਦੀ ਆ ਗੱਡੀ। ਨਹੀਂ ਜੀ, ਮੌਸਮ 'ਚ ਬਹੁਤ ਚੇਂਜਸ ਆ ਰਿਹਾ ਜੀ। ਬਿਲਕੁਲ ਮੌਸਮ ਦੇ ਕਰਕੇ ਮੈਨੂੰ ਇੱਕ ਗੱਲ ਚੇਤੇ ਆਈ ਹੈ ਹਰਵਿੰਦਰ ਜੀ, ਉਹ ਮੈਂ ਆਪ ਜੀ ਨੇ ਨਾਲ ਤੇ ਆਪਣੇ ਦਰਸ਼ਕਾਂ ਨਾਲ ਸ਼ੇਅਰ ਜ਼ਰੂਰ ਕਰਨੀ ਚਾਹਾਂਗਾ। ਅੱਜ ਤੋਂ ਕਰੀਬਨ 12-15 ਸਾਲ ਪਹਿਲਾਂ ਦੀ ਗੱਲ ਆ ਜੀ। ਅਸੀਂ ਨਿੱਕੇ ਹੁੰਦੇ ਸਨ ਤੇ ਇਸ ਵੇਲੇ ਸਾਡੇ ਸਕੂਲ ਦੀ ਛੁੱਟੀਆਂ ਹੋ ਜਾਂਦੀਆਂ ਸੀਗੀਆਂ, ਠੀਕ ਹੈ ਜੀ। ਤੇ ਜਦੋਂ ਛੁੱਟੀਆਂ ਹੁੰਦੀਆਂ ਸੀ ਅਸੀਂ ਪੜ੍ਹਦੇ ਸਾਰੇ ਸ਼ਹਿਰ ਸੀਗੇ। ਮੈਂ ਹੋ ਗਿਆ, ਮੇਰੇ ਤਾਏ ਦੇ ਬੱਚੇ ਹੋ ਗਏ, ਮੇਰੇ ਚਾਚੇ ਦੇ ਬੱਚੇ ਹੋ ਗਏ, ਸਾਰੇ ਸ਼ਹਿਰ ਦੇ ਪੜ੍ਹਨ ਵਾਲੇ ਆ ਜੀ। ਘਰ ਜਿਹੜਾ ਸੀਗਾ ਉਹ ਸੀਗਾ ਸਾਡੇ ਪਿੰਡਾਂ ਦੇ ਵਿੱਚ। ਉਹ ਜ਼ਮਾਨੇ 'ਚ ਅੱਜ ਤੱਕ ਖੈਰ ਪਿੰਡਾਂ 'ਚ ਵੀ ਸਕੂਲ ਖੁੱਲ੍ਹ ਗਏ ਨੇ, ਇੰਗਲਿਸ਼ ਮੀਡੀਅਮ ਕਨਵੈਂਟ ਸਕੂਲ ਖੁੱਲ੍ਹ ਗਏ, ਪਰ ਉਹ ਜ਼ਮਾਨੇ 'ਚ ਨਹੀਂ ਸੀ ਹੁੰਦੇ। ਅਤੇ ਕਾਰੋਬਾਰ ਵੀ ਜਿਹੜਾ ਹੈਗਾ ਆ ਜਿਹੜੇ ਫਾਦਰ ਸਾਹਿਬ ਨੇ, ਤਾਇਆ ਜੀ ਨੇ, ਉਹਨਾਂ ਨੂੰ ਸ਼ਹਿਰ ਦੇ ਵਿੱਚ ਹੀ ਹੁੰਦਾ ਸੀ ਅਤੇ ਪਿੰਡ ਜਾ ਨਹੀਂ ਸੀ ਹੁੰਦਾ। ਕਈ ਵਾਰੀ ਪਿੰਡ 'ਚ ਕੌਣ ਰਹਿੰਦਾ ਸੀ ਜੀ? ਪਿੰਡ ਦੇ ਵਿੱਚ ਸਾਡੇ ਬਜ਼ੁਰਗ ਰਹਿੰਦੇ ਹੁੰਦੇ ਸੀਗੇ। ਬਿਲਕੁਲ ਜੀ। ਅਤੇ ਅਸੀਂ ਵੀ ਸਲਾਹ ਕਰਨੀ ਵੀ ਅਸੀਂ ਆਪਣੇ ਬਜ਼ੁਰਗਾਂ ਕੋਲ ਜਾਣਾ ਆ ਅਤੇ ਸਾਰੇ ਚਾਚਾ ਤਾਇਆ ਭੂਆ ਦੇ ਬੱਚੇ ਸਾਰਿਆਂ ਨੇ ਉੱਥੇ ਇਕੱਠ ਕਰ ਲੈਣਾ 1 ਮਹੀਨੇ ਦੇ ਲਈ। ਜੀ ਜੀ, ਮੈਨੂੰ ਅੱਜ ਵੀ ਯਾਦ ਆ ਵੀ ਸਾਡਾ ਵਿਹੜਾ ਹੁੰਦਾ ਸੀਗਾ। ਵਿਹੜੇ ਦੇ ਵਿੱਚ ਘੱਟੋ ਘੱਟ ਲਾਈਨ ਦੇ ਨਾਲ ਇੰਨਾ ਕੁ ਵਿਹੜਾ ਸੀਗਾ ਕਿ ਘੱਟੋ ਘੱਟ ਲਾਈਨ ਦੇ ਨਾਲ 15 ਮੰਜੇ ਡਾ ਦਿੰਦੇ ਸੀਗੇ ਜੀ। ਤੇ ਸਾਰਿਆਂ ਨੇ ਖੁੱਲੀ ਛੱਤਾਂ ਤੇ ਸੌਣਾ ਜੀ। ਇਸੇ ਮਹੀਨੇ ਦੀ ਗੱਲ ਹੈ ਔਰ ਉਹ ਜ਼ਮਾਨੇ 'ਚ ਕੋਈ ਏਸੀ ਕੂਲਰ ਤਾਂ ਹੁੰਦਾ ਨਹੀਂ ਸੀ ਜੀ। ਸਿਰਫ ਇੱਕ ਉਹ ਫਰਾਟੇ ਵਾਲਾ ਪੰਖਾ ਹੁੰਦਾ ਸੀ, ਉਹ ਵੀ ਉਹਦੇ ਮੂਹਰੇ ਰੱਖਦੇ ਸੀ ਜਿਹੜਾ ਘਰ ਦਾ ਪ੍ਰਧਾਨ ਹੁੰਦਾ ਸੀ ਜੀ। ਉਹ ਵੀ ਮੇਰੇ ਦਾਦੇ ਦੇ ਮੂਹਰੇ ਲੱਗਦਾ ਸੀਗਾ ਜੀ ਔਰ ਸਭ ਤੋਂ ਪਿੱਛੇ ਅਸੀਂ ਹੁੰਦੇ ਸੀਗੇ। ਖੈਰ ਉਹ ਵਿਹੜਾ ਤਾਂ ਨਹੀਂ ਦੁਬਾਰਾ ਆਉਣਾ ਹਰਵਿੰਦਰ ਸਿੰਘ ਜੀ, ਕਿਉਂਕਿ ਉਹ ਸਮਾਂ ਹੀ ਕੁਛ ਹੋਰ ਸੀਗਾ। ਮੈਨੂੰ ਅੱਜ ਵੀ ਯਾਦ ਆ ਜਦੋਂ ਅੱਜ ਕੱਲ੍ਹ ਤਾਂ ਖੈਰ ਗੈਸ ਟੈਕਨੋਲੋਜੀ ਅੱਜ ਕੱਲ੍ਹ ਕੀ ਕਾਫੀ ਟਾਈਮ ਪਹਿਲਾਂ ਤੋਂ ਹੈਗੀਆਂ, ਪਰ ਜਿਹੜੇ ਸਾਡੇ ਬਜ਼ੁਰਗ ਸੀਗੇ ਜਿਵੇਂ ਕਿ ਮੇਰੀ ਦਾਦੀ ਸੀਗੀ, ਉਹਨੇ ਸਾਗ ਜਾਂ ਕੋਈ ਦਾਲ ਜਾਂ ਕੁਛ ਵੀ ਬਣਾਉਣਾ ਆ ਉਹ ਬਾਹਰ ਆਪਣੇ ਵਿਹੜੇ ਦੇ ਵਿੱਚ ਚੁੱਲ੍ਹੇ ਦੇ ਵਿੱਚ ਉਹ ਬਣਾਉਂਦੇ ਸੀਗੇ। ਅਤੇ ਰੋਟੀਆਂ ਵੀ ਜਿਹੜੀ ਹੈਗੀ ਉਹ ਲੱਕੜਾਂ ਦੇ ਵਿੱਚ ਬਣਦੀਆਂ ਸੀਗੀਆਂ ਜੀ ਜੀ। ਉਹ ਤਾਂ ਤਵਾ ਵੀ ਨਹੀਂ ਵਰਤਦੇ ਸੀ, ਲੱਕੜ ਦੀ ਰੋਟੀਆਂ ਬਣਾ ਦਿੰਦੀਆਂ ਸੀਗੀਆਂ।
ਤੇ ਪਹਿਲਾਂ ਸਾਰੇ ਬੱਚਿਆਂ ਨੂੰ ਖਿਲਾਣੀ ਰੋਟੀ, ਫਿਰ ਘਰ ਦੇ ਜਿਹੜੇ ਮੇਜ਼ ਨੇ ਬਜ਼ੁਰਗ ਨੇ ਸਾਰਿਆਂ ਨੇ, ਫਿਰ ਘਰ ਦੀ ਲੇਡੀਜ਼ ਖਾਂਦੀਆਂ ਹੁੰਦੀਆਂ ਸੀਗੀਆਂ। ਉਹ ਵੇਲਾ ਵੀ ਖੈਰ ਹੁਣ ਤੱਕ ਤਾਂ ਮੈਨੂੰ ਲੱਗਦਾ ਨਹੀਂ ਕਿ ਆਊਗਾ ਇਹੋ ਜਿਹਾ ਵੇਲਾ, ਕਿਉਂਕਿ ਉਦੋਂ ਫੈਮਲੀਜ਼ ਵੱਡੀਆਂ ਹੁੰਦੀਆਂ ਸੀਗੀਆਂ, ਜੁਆਇੰਟ ਹੁੰਦੀ ਸੀਗੀਆਂ। ਹੁਣ ਨਿਊਕਲੀਅਰ ਹੋ ਰਹੀਆਂ ਹੌਲੇ ਹੌਲੇ ਜੀ। ਖੈਰ ਪਰ ਚਲੋ ਉਮੀਦ ਤਾਂ ਇਹੀ ਕਰਦੇ ਵੀ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਨੂੰ ਵੀ ਉਸ ਚੀਜ਼ ਦਾ ਨਜ਼ਾਰਾ ਮਿਲੇ ਔਰ ਮੁੜ ਤੋਂ ਮਿਲ ਜਾਏਗਾ ਜੀ ਨਜ਼ਾਰਾ ਉਹਨਾਂ ਨੂੰ, ਜਿੱਦਾਂ ਦੇ ਹਾਲਾਤ ਚੱਲਦੇ ਪਏ ਆ ਸਾਡੇ। ਬਿਲਕੁਲ। ਔਰ ਜਿਵੇਂ ਕਿ ਕੁਦਰਤੀ ਸੋਰਸ ਜਿਹੜੇ ਆ ਉਹ ਖਤਮ ਹੋ ਰਿਹਾ, ਉਹ ਨਜ਼ਾਰਾ ਛੇਤੀ ਆ ਜਾਏਗਾ ਜੀ, ਛੇਤੀ ਆ ਜਾਊਗਾ ਜੀ। ਔਰ ਮੁੜ ਭਲਾਈ ਉਹਦੇ 'ਚ ਹੀ ਆ ਜੀ। ਮੇਰਾ ਇਹ ਮੰਨਣਾ ਹੈ ਹਰਵਿੰਦਰ ਜੀ, ਨਿਊਕਲੀਅਰ ਫੈਮਿਲੀ ਦਾ ਕੋਈ ਇਹੋ ਜਿਹਾ ਕੋਈ ਖਾਸ ਹੁਣ ਟ੍ਰੈਂਡ ਰਿਹਾ ਨਹੀਂ, ਪਹਿਲਾਂ ਸੀਗਾ ਬਟ ਉਹ ਹੌਲੇ ਹੌਲੇ ਜਿਹੜਾ ਹੈਗਾ ਉਹ ਖਤਮ ਹੁੰਦਾ ਜਾ ਰਿਹਾ। ਔਰ ਜੁਆਇੰਟ ਫੈਮਿਲੀ ਵੱਲ ਜਿਹੜੇ ਆ ਲੋਕੀ ਰੁਝਾਨ ਹੁਣ ਕਰ ਰਹੇ ਨੇ ਆਪਣਾ ਅੱਗੇ ਨਾਲੋਂ। ਖੈਰ ਚਲੋ ਇਹ ਤਾਂ ਸੀਗੀਆਂ ਜੀ ਸਾਡੀਆਂ ਗੱਲਾਂ। ਹਰਵਿੰਦਰ ਸਿੰਘ ਜੀ, ਇੱਕ ਕਾਫੀ ਟਾਈਮ ਤੋਂ ਇੱਕ ਮਸਲਾ, ਇੱਕ ਮੁੱਦਾ ਹੈਗਾ ਆ ਦਿਮਾਗ 'ਚ, ਜਿਹਦੇ ਬਾਰੇ ਮੈਂ ਚਾਹ ਰਿਹਾ ਸੀ ਵੀ ਆਪ ਜੀ ਦੇ ਨਾਲ ਗੱਲ ਸਾਂਝੀ ਕਰਾਂ ਜੀ, ਤੇ ਆਪ ਜੀ ਉਹਦੇ ਬਾਰੇ ਕੁਝ ਆਪਣਾ ਪ੍ਰਦਰਸ਼ਨ ਦਿਓ, ਤਾਂ ਆਪਣੀ ਸੋਚ ਤੁਹਾਡੀ ਕੀ ਕਹਿੰਦੀ ਉਹਦੇ ਬਾਰੇ ਜਰਾ ਸਾਨੂੰ ਉਹਦੇ ਬਾਰੇ ਨੌਲੇਜ ਦਿਓ। ਇੱਕ ਜਿਹੜੇ ਪ੍ਰਵਾਸੀ ਭਾਈ ਆ ਪੰਜਾਬ ਦੇ ਵਿੱਚ ਜਿਹੜੇ ਯੂਪੀ, ਬਿਹਾਰ, ਝਾਰਖੰਡ ਤੋਂ ਆਏ ਨੇ ਇੱਥੇ, ਮੰਨ ਲਓ ਰੇੜੀਆਂ ਜਿਹੜੇ ਲਾਉਂਦੇ ਨੇ, ਕੁਲਚੀਆਂ ਦੇ ਹੋ ਗਈ, ਜ਼ਰੂਰੀ ਨਹੀਂ ਰੇੜੀਆਂ ਲਾਉਂਦੇ ਨੇ, ਹਾਂ ਸਬਜ਼ੀਆਂ ਕਾਫੀ ਵਪਾਰ ਕਰਦੇ ਨੇ, ਠੀਕ ਹੈ। ਸੋ ਉਹਨਾਂ ਦੇ ਵਿੱਚ ਤੇ ਆਪਣੇ ਪੰਜਾਬੀ ਭਾਈਚਾਰਾ ਜਿਹੜਾ ਹੈਗਾ ਉਹਨਾਂ ਦੇ ਵਿੱਚ ਅਕਸਰ ਆਪਾਂ ਨੂੰ ਜਿਹੜੀ ਆ ਮੁੱਠਭੇੜ ਦੇਖਣ ਨੂੰ ਮਿਲਦੀ ਆ, ਕਲੈਸ਼ ਹੋ ਰਿਹਾ, ਬਹੁਤ ਤਗੜਾ ਕਲੈਸ਼ ਹੋ ਰਿਹਾ। ਇਹ ਨਾ ਕੇਵਲ ਕਿਸੇ ਇੱਕ ਸ਼ਹਿਰ ਦੇ ਵਿੱਚ, ਜਿਵੇਂ ਆਪਾਂ ਕਹਿ ਲਈਏ ਲੁਧਿਆਣਾ, ਤੇ ਕੱਲਾ ਲੁਧਿਆਣਾ ਨਹੀਂ, ਜਲੰਧਰ ਦੇ ਵਿੱਚ ਵੀ ਕੱਲ ਪਰਸੋਂ ਚੌਥ ਨੂੰ ਆਪਾਂ ਨੂੰ ਖਬਰ ਸੁਣਨ ਨੂੰ ਮਿਲੀ ਸੀਗੀ, ਤੇ ਅੰਮ੍ਰਿਤਸਰ ਵੀ ਹੈ ਤਾਂ ਹੁੰਦਾ ਹੀ ਰਹਿੰਦਾ, ਖੈਰ ਅੰਮ੍ਰਿਤਸਰ ਦੇ ਵਿੱਚ ਵੀ। ਸੋ ਇਹ ਹਰ ਵੱਖ-ਵੱਖ ਸ਼ਹਿਰਾਂ ਦੀ ਗੱਲਾਂ ਨੇ, ਪਰ ਇਹਨਾਂ ਦਾ ਜਿਹੜਾ ਹੈਗਾ ਆ ਇਹ ਕਲੈਸ਼ ਕਿਉਂ ਹੋ ਰਿਹਾ, ਕੀ ਗੱਲਾਂ ਨੇ ਜਿਹੜਾ ਇਹਨਾਂ ਨੂੰ ਆਪਸ ਦੇ ਵਿੱਚ ਪ੍ਰਵਾਸੀ ਭਾਈਚਾਰਾ ਨੂੰ ਤੇ ਪੰਜਾਬੀ ਜਿਹੜੇ ਆਪਣੇ ਭਰਾ ਨੇ ਉਹਨਾਂ ਨੂੰ ਆਪਸ ਦੇ ਵਿੱਚ ਕਲੈਸ਼ ਕਰਾ ਰਹੀਆਂ ਨੇ? ਜੀ ਦੇਖੋ, ਮਸਲਾ ਕੋਈ ਨਹੀਂ ਹੈਗਾ ਜਸਕੀਰਤ ਜੀ। ਪੰਜਾਬੀ ਜਿਹੜੇ ਨੇ ਜਾਂ ਪੰਜਾਬ ਦੀ ਜਿਹੜੀ ਧਰਤੀ ਹੈ ਉਹਦਾ ਦਿਲ ਜਿਹੜਾ ਉਹ ਸਾਰਿਆਂ ਵਾਸਤੇ ਖੁੱਲ੍ਹਾ ਹੈ ਜੀ, ਬੇਸ਼ੱਕ ਇਹ 'ਚ ਕੋਈ ਦੋ ਰਾਏ ਨਹੀਂ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਕਿ ਪੰਜਾਬ ਦਾ ਹਵਾ ਪਾਣੀ ਹੈ ਜੀ, ਠੀਕ ਹੈ, ਉਹਦੇ ਵਿੱਚ ਇੱਕ ਅਲੱਗ ਹੀ ਤਰ੍ਹਾਂ ਦਾ ਜੋਸ਼ ਹੁੰਦਾ ਹੈ ਜੀ। ਔਰ ਜਿੱਦਾਂ ਆਪਾਂ ਅਕਸਰ ਗੱਲ ਕਰਦੇ ਹਾਂ ਵੀ ਤੈਨੂੰ ਪੰਜਾਬ ਦਾ ਪਾਣੀ ਲੱਗ ਗਿਆ, ਜਾਂ ਤੈਨੂੰ ਦਿੱਲੀ ਦਾ ਪਾਣੀ ਲੱਗ ਗਿਆ, ਤੈਨੂੰ ਹਰਿਆਣੇ ਦਾ ਪਾਣੀ ਲੱਗ ਗਿਆ, ਇਹ ਪਾਣੀ ਦਾ ਅਸਰ ਹੁੰਦਾ ਹੈ ਜੀ। ਰਹੀ ਗੱਲ ਪ੍ਰਵਾਸੀ ਮਜ਼ਦੂਰਾਂ ਦੀ ਤੇ ਪੰਜਾਬੀਆਂ ਦੇ ਆਪਸੀ ਟਕਰਾਅ ਦੀ ਜੀ, ਅਸਲ ਦੇ ਵਿੱਚ ਇਹ ਕੋਈ ਟਕਰਾਅ ਨਹੀਂ ਹੈ, ਨਾ ਹੀ ਇਹ ਕੋਈ ਸਿਆਸੀ ਰੰਜਿਸ਼ ਚੱਲਦੀ ਪਈ ਹੈ ਜੀ। ਕਾਰਨ ਕੀ ਹੈਗਾ ਕਿ ਜਿਹੜੀਆਂ ਖਬਰਾਂ ਪਿਛਲੇ ਕਾਫੀ ਸਮੇਂ ਤੋਂ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਕਿ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਉਹ ਪੰਜਾਬੀਆਂ ਨੂੰ ਕੰਮ ਨਹੀਂ ਕਰਨ ਦੇ ਰਹੇ, ਜੇ ਉਹਨਾਂ ਨੇ ਕਿਤੇ ਰੇਹੜੀ ਲਾਉਣੀ ਹੈ ਸਬਜ਼ੀ ਦੀ, ਜਾਂ ਉਹਦੇ ਤੇ ਜਾ ਕੇ ਕੋਈ ਉਹ ਝਗੜਾ ਕਰਦੇ ਆ, ਜਾਂ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਇੱਥੇ ਚਲੇ ਜਾਓ, ਮਾਰ ਕੁਟਾਈ ਦੀਆਂ ਘਟਨਾਵਾਂ ਵੀ ਆਈਆਂ। ਉਸ ਤੋਂ ਬਾਅਦ ਮੰਡੀ ਦੇ ਵਿੱਚ ਵੀ ਜਿਹੜੀਆਂ ਘਟਨਾਵਾਂ ਆਈਆਂ, ਇੱਕ ਦੋ ਕਿਸਾਨਾਂ ਦੇ ਨਾਲ ਜਿਹੜੇ ਉੱਥੇ ਲੇਬਰ ਕਰਦੇ ਸੀਗੇ ਉਹਨਾਂ ਨੇ ਹੱਥੋਂ-ਪਾਈ ਕੀਤੀ ਜੀ। ਪਿੱਛੇ ਜੇ ਜਲੰਧਰ ਦੇ ਵਿੱਚ ਵੀ ਇਹੀ ਖਬਰ ਆਈ ਸੀ ਫੋਕਲ ਪੁਆਇੰਟ ਦੇ ਲੋਕ ਕਿ ਇੱਕ ਕਿਸਾਨ ਸੀਗਾ, ਉਹ ਕਹਿੰਦਾ ਵੀ ਮੰਡੀ 'ਚ ਭਾਅ ਨਹੀਂ ਮਿਲਣਾ ਤੇ ਮੈਂ ਡਾਇਰੈਕਟ ਜਾ ਕੇ ਜਿਹੜਾ ਹੈਗਾ ਜਿੱਥੇ ਲੋਕੀ ਖਰੀਦਦਾਰੀ ਕਰਦੇ ਆ ਸਬਜ਼ੀਆਂ ਦੀ ਜਾਂ ਫਰੂਟਾਂ ਦੀ, ਮੈਂ ਉੱਥੇ ਡਾਇਰੈਕਟ ਜਾ ਕੇ ਆਪਣੇ ਹਦਵਾਣੇ ਜਿਹੜਾ ਹੋਰ ਕੋਈ ਉਹਨੇ ਸਬਜ਼ੀ ਰੱਖੀ ਹੋਈ ਸੀ ਉਹ ਮੈਂ ਵੇਚ ਦਿੰਦਾ ਜੀ। ਔਰ ਉੱਥੇ ਜਿਹੜੇ ਪਹਿਲਾਂ ਹੀ ਉੱਥੇ ਕਾਬਜ਼ ਸੀਗੇ, ਜਿਹੜੇ ਫੜੀਆਂ ਲਾਉਂਦੇ ਸੀਗੇ ਸਬਜ਼ੀ ਦੀਆਂ, ਰੇੜੀਆਂ ਲਾਉਂਦੇ ਸੀ, ਉਹਨਾਂ ਨੇ ਆ ਕੇ ਉਸ ਕਿਸਾਨ ਨੂੰ, ਜਿਹੜਾ ਉੱਥੇ ਪੰਜਾਬੀ ਕਿਸਾਨ ਸੀ ਜਿਹੜਾ ਉੱਥੇ ਆਪਣੀ ਸਬਜ਼ੀ ਤੇ ਹੋਰ ਜਿਹੜੇ ਮੌਸਮੀ ਫਲ ਸੀਗੇ ਉਹ ਲੈ ਕੇ ਆਇਆ ਸੀ, ਤੇ ਉਹਨੂੰ ਧਮਕਾਉਣਾ ਸ਼ੁਰੂ ਕਰਤਾ, ਧੱਕਾ ਮੁੱਕੀ ਵੀ ਹੋਈ, ਔਰ ਉਹਨੂੰ ਕਿਹਾ ਵੀ ਤੂੰ ਇੱਥੋਂ ਲੈ ਕੇ ਚਲੇ ਜਾ। ਇਹ ਗੱਲ ਪ੍ਰਵਾਸੀ ਵੱਲੋਂ ਕਹੀ ਗਈ? ਹਾਂਜੀ, ਇਹ ਗੱਲ ਪ੍ਰਵਾਸੀ ਮਜ਼ਦੂਰ ਵੱਲੋਂ ਕਹੀ ਗਈ। ਔਰ ਇਹ ਮੰਦਭਾਗੀ ਘਟਨਾ ਹੈਗੀ ਹੈ, ਇਹ ਕੋਈ ਠੀਕ ਗੱਲ ਨਹੀਂ ਸੀਗੀ ਪ੍ਰਵਾਸੀਆਂ ਵੱਲੋਂ। ਔਰ ਉਹਨਾਂ ਨੂੰ ਦੇਖੋ, ਆਪਾਂ ਕੰਮ ਕਰਦੇ ਹਾਂ, ਅਸੀਂ ਜੇ ਪੰਜਾਬ ਨੇ ਤੁਹਾਨੂੰ ਹਵਾ ਦਿੱਤੀ ਹੈ, ਪਾਣੀ ਦਿੱਤਾ ਹੈ ਔਰ ਰਿਜ਼ਕ ਦਿੱਤਾ ਹੈ। ਰਿਜ਼ਕ ਦੇਣ ਦਾ ਮਤਲਬ ਇਹ ਹੁੰਦਾ ਹੈ ਕਿ ਜੇ ਤੁਹਾਨੂੰ ਪੰਜਾਬ ਦੀ ਧਰਤੀ ਨੇ, ਪੰਜਾਬ ਦੇ ਲੋਕਾਂ ਨੇ ਰਿਜ਼ਕ ਦਿੱਤਾ ਹੈ ਤੇ ਤੁਹਾਨੂੰ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਜੀ, ਔਰ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਸਾਡੇ ਬੰਦੇ ਵੀ ਬਾਹਰ ਵਿਦੇਸ਼ਾਂ 'ਚ ਜਾ ਕੇ ਕੰਮ ਕਰਦੇ ਨੇ ਜੀ। ਜਦੋਂ ਵੀ ਕਿਤੇ ਸਾਡਾ ਬੰਦਾ ਕੋਈ ਬਾਹਰ ਪੰਜਾਬੀ ਭਾਈ ਕੋਈ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ, ਚਾਹੇ ਗਲਫ ਦੀਆਂ ਕੰਟਰੀਆਂ ਦੇ ਵਿੱਚ ਵੀ ਕਿਤੇ ਜਾ ਕੇ ਕੋਈ ਇਹੋ ਜਿਹੀ ਹਰਕਤ ਕਰਦਾ ਹੈ ਤੇ ਉਹ ਸਜ਼ਾ ਦਾ ਪਾਤਰ ਹੁੰਦਾ ਹੈ ਔਰ ਪੂਰੀ ਕਮਿਊਨਿਟੀ ਦਾ ਸਿਰ ਝੁਕਦਾ ਹੈ ਜੀ। ਔਰ ਇੱਥੇ ਵੀ ਸੇਮ ਉਹੀ ਚੀਜ਼ ਹੋ ਰਹੀ ਹੈ। ਔਰ ਪ੍ਰਵਾਸੀ ਮਜ਼ਦੂਰਾਂ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈਗਾ ਕਿ ਕੰਮ ਕਰਨ ਦਾ ਸਾਰਿਆਂ ਦਾ ਹੱਕ ਹੈ, ਔਰ ਜੇ ਉਹਨਾਂ ਨੇ ਤੁਹਾਨੂੰ ਜਗ੍ਹਾ ਦਿੱਤੀ ਹੈ, ਥਾਂ ਦਿੱਤੀ ਹੈ,
ਤੇ ਤੁਸੀਂ ਸਬਜ਼ੀ ਵੇਚੋ ਜਾਂ ਤੁਸੀਂ ਕੰਮ ਕਰੋ ਜਾਂ ਆਪਣਾ ਰੋਜੀ ਰੋਟੀ ਚਲਾਓ, ਤਾਂ ਜੇ ਕੋਈ ਜ਼ਿਮੀਂਦਾਰ ਕੋਈ ਕਿਸਾਨ ਭਰਾ ਵੀ ਆਪਣਾ ਕੰਮ ਕਰਨਾ ਚਾਹੁੰਦਾ ਤੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਜਿਹੜਾ ਵਿਰੋਧ ਕੀਤਾ ਜਾਂਦਾ ਹੈਗਾ ਉਹ ਬਿਲਕੁਲ ਨਿਰਾਧਾਰ ਹੈ, ਉਹਦਾ ਕੋਈ ਸਿਰ ਪੈਰ ਨਹੀਂ ਹੈ ਜੀ। ਠੀਕ ਹੈ। ਔਰ ਕਾਫੀ ਚੀਜ਼ਾਂ ਇਹ ਸੁਣਨ ਨੂੰ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਮਿਲੀਆਂ ਔਰ ਗਾਲੀ ਗਲੋਚ ਵੀ ਕਰਦੇ ਨੇ, ਕਈ ਧਮਕੀ ਵੀ ਦਿੰਦੇ ਆ ਜੀ ਵੀ ਅਸੀਂ ਨਹੀਂ ਕਰ ਸਕਦੇ, ਜਿਹਦੇ ਮਤਲਬ ਦਮ ਹੈਗਾ ਉਹ ਕਰਵਾ ਕੇ ਦੇਖ ਲਓ। ਔਰ ਇਹ ਚੀਜ਼ਾਂ ਗਲਤ ਨੇ ਔਰ ਕੁਝ ਸਿਆਸੀ ਲੋਕ ਇਹਦੀ ਹਜੇ ਸਿਆਸਤ ਵੀ ਕਰਨੀ ਕੁਝ ਲੋਕਾਂ ਨੇ ਸ਼ੁਰੂ ਕੀਤੀ ਹੈ, ਲੇਕਿਨ ਸਿਆਸੀ ਗਲਿਆਰੇ ਵਿੱਚ ਇਹ ਮੁੱਦਾ ਹਜੇ ਇੰਨਾ ਜ਼ਿਆਦਾ ਭਖਿਆ ਨਹੀਂ, ਕਿਉਂਕਿ ਪਹਿਲਾਂ ਹੀ ਹੋਰ ਮੁੱਦੇ ਜਿਹੜੇ ਆ ਉਹ ਬਹੁਤ ਜ਼ਿਆਦਾ ਚੱਲਦੇ ਪਏ ਨੇ। ਲੇਕਿਨ ਇਹ ਗੱਲ ਵਾਕਈ ਚਿੰਤਾ ਦਾ ਵਿਸ਼ਾ ਹੈਗੀ ਆ ਕਿ ਜੇ ਅਸੀਂ ਆਪਣੇ ਹੀ ਥਾਂ ਦੇ ਵਿੱਚ ਬਹਿ ਕੇ, ਆਪਣੇ ਹੀ ਘਰੇ ਬੈਠ ਕੇ, ਆਪਣੇ ਹੀ ਇਲਾਕੇ ਦੇ ਵਿੱਚ ਆਪਣੇ ਹੀ ਲੋਕਾਂ ਦੇ ਨਾਲ ਕੰਮ ਨਹੀਂ ਕਰ ਸਕਦੇ ਤੇ ਫਿਰ ਅਸੀਂ ਕਿੱਥੇ ਕਰਾਂਗੇ ਜਾ ਕੇ। ਜੀ ਬਿਲਕੁਲ ਤੁਹਾਡੀ ਹਰਵਿੰਦਰ ਸਿੰਘ ਜੀ ਇਹ ਗੱਲ ਤਾਂ ਬਿਲਕੁਲ ਤੁਹਾਡੀ ਠੀਕ ਆ, ਪਰ ਹਰਵਿੰਦਰ ਸਿੰਘ ਜੀ ਮੈਨੂੰ ਇਹ ਲੱਗਦਾ ਆ ਜੀ ਕਿ ਪੰਜਾਬੀ ਤਾਂ ਚਲੋ ਖੈਰ ਪੰਜਾਬੀਆਂ ਦਾ ਸਭ ਤੋਂ ਪਹਿਲਾ ਹੱਕ ਜੇ ਇਸ ਧਰਤੀ ਤੇ ਹੈਗਾ ਤਾਂ ਉਹ ਪੰਜਾਬੀਆਂ ਦਾ, ਕਿਉਂਕਿ ਇਹ ਤਾਂ ਹੀ ਪੰਜਾਬ ਨਹੀਂ ਹੱਕ ਸਾਰਿਆਂ ਦਾ, ਹੱਕ ਸਾਰਿਆਂ ਦਾ ਹੈ। ਮੈਂ ਉਹਦਾ ਇੱਕ ਗੱਲ ਕਰਦਾ, ਦੇਖੋ ਜੀ ਹਰਵਿੰਦਰ ਸਿੰਘ ਜੀ, ਇੱਕ ਮੰਨ ਲਓ ਤੁਹਾਡੇ ਕੋਲ ਇੱਕ ਗੈਸਟ ਆਇਆ ਤੁਹਾਡੇ ਘਰੇ, ਠੀਕ ਹੈ, ਪਰ ਤੁਹਾਡੇ ਘਰ ਤੇ ਤਾਂ ਹੱਕ ਪਹਿਲਾਂ ਤੁਹਾਡਾ ਹੈ ਨਾ, ਗੈਸਟ ਦਾ ਤੇ ਆਓ ਭਗਤ ਤਾਂ ਆਪਾਂ ਕਰਦੇ ਹੀ ਆ, ਠੀਕ ਹੈ, ਮੈਂ ਉਸ ਲਿਹਾਜ਼ ਨਾਲ ਬੋਲ ਰਿਹਾ, ਠੀਕ ਹੈ। ਪਰ ਜਦੋਂ ਆਪਣੇ ਬੱਚੇ ਵੀ ਆ ਜਿਹੜੇ ਬਾਹਰ ਜਾਂਦੇ ਨੇ, ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਨੇ, ਠੀਕ ਹੈ, ਤੇ ਉਹ ਜਦੋਂ ਕੋਈ ਇਹੋ ਜਿਹੀ ਘਟਨਾ ਦਾ ਜਿਹੜਾ ਆਪਣੀ ਘਟਨਾ ਕੋਈ ਵਾਪਰਦੀ ਆ ਉਦੋਂ ਉਹਨਾਂ ਵੱਲੋਂ, ਤੇ ਉਹ ਸਜ਼ਾ ਦੇ ਪਾਤਰ ਹੁੰਦੇ ਨੇ, ਠੀਕ ਹੈ ਜੀ। ਅੱਛਾ ਹਰਵਿੰਦਰ ਸਿੰਘ ਜੀ ਮੈਨੂੰ ਇੱਕ ਗੱਲ ਦੱਸੋ, ਆਪਾਂ ਗੱਲ ਕਰਦੇ ਹਾਂ ਵੀ ਜੇ ਪ੍ਰਵਾਸੀ ਭਾਈਚਾਰਾ ਹੈਗਾ ਆ ਉਹਨਾਂ ਦੇ ਤੇ ਪੰਜਾਬੀ ਭਾਈਚਾਰਾ ਦੇ ਵਿੱਚ ਕਲੈਸ਼ ਹੁੰਦਾ ਆ, ਕੱਲ੍ਹ ਨੂੰ ਤੁਸੀਂ ਸਮਝ ਲਓ ਕਿ ਕੱਲ੍ਹ ਨੂੰ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ, ਵਾਹਿਗੁਰੂ ਦਾ ਨਾ ਕਰੇ ਕਦੇ ਹੋਏ, ਪੰਜਾਬੀ ਜਿਹੜਾ ਹੈਗਾ ਉਹ ਇੱਥੇ ਰਹਿ ਜਾਵੇ ਤੇ ਜਿਹੜਾ ਪ੍ਰਵਾਸੀ ਆ ਉਹ ਆਪਣੇ ਪਿੰਡਾਂ ਨੂੰ ਚੱਲ ਜਾਵੇ, ਆਪਣੇ ਘਰ ਨੂੰ ਮੁੜ ਜਾਵੇ ਜੀ, ਠੀਕ ਹੈ ਜੀ। ਤਾਂ ਇੱਥੇ ਜਿਹੜੇ ਕੰਮ ਨੇ, ਜਿਵੇਂ ਸਮਝ ਲਓ ਲੇਬਰ ਦਾ ਕੰਮ ਆ, ਰੇਹੜੀਆਂ ਦਾ ਕੰਮ ਆ, ਠੀਕ ਹੈ ਜੀ, ਝੋਨਾ ਵੱਢਣ ਦੇ ਕੰਮ ਆ, ਇੰਨੇ ਸਾਰੇ ਕੰਮ ਨੇ ਜਿਹੜੇ ਹਾਰਡ ਵਰਕ ਨੇ ਕਾਫੀ ਸਾਰੇ, ਜਿਹਨੂੰ ਮੈਂ ਕਹਿਣਾ ਚਾਹੂੰਗਾ ਲੇਬਰ ਫੀਲਡ ਦੇ ਹਾਰਡ ਵਰਕ ਹੈ, ਉਹ ਕੌਣ ਕਰੂਗਾ? ਦੇਖੋ ਮੇਰੀ ਗੱਲ ਸੁਣੋ ਜਸਕੀਰਤ ਜੀ, ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਅੱਜ ਦੇ ਮਾਹੌਲ ਦੇ ਵਿੱਚ ਜੋ ਚੱਲਦਾ ਪਿਆ, ਮੰਨ ਲਓ ਸਾਰੇ ਦੇ ਸਾਰੇ ਪ੍ਰਵਾਸੀ ਪ੍ਰਵਾਸ ਕਰਕੇ ਵਾਪਸ ਚਲੇ ਜਾਂਦੇ ਆ, ਆਪਣੇ ਸਟੇਟਾਂ ਦੇ ਵਿੱਚ ਚਲੇ ਜਾਂਦੇ, ਤੇ ਇਹਨਾਂ ਦੀ ਪੰਜਾਬੀਆਂ ਦੀ ਲੇਬਰ ਕੌਣ ਕਰੂ ਜੀ? ਇਹ ਮੁੱਦਾ ਵੀ ਮੀਡੀਆ ਦੇ ਵਿੱਚ ਬਹੁਤ ਜਲਦੀ ਆਉਣ ਵਾਲਾ ਹੈ ਔਰ ਕੁਝ ਚੈਨਲਾਂ ਦੇ ਵਿੱਚ ਚੱਲ ਵੀ ਰਿਹਾ ਆ ਕਿ ਫਿਰ ਇਹਨਾਂ ਦੀ ਲੇਬਰ ਕੌਣ ਕਰੂਗਾ। ਦੇਖੋ ਮੇਰੀ ਗੱਲ ਸੁਣੋ, ਮੈਂ ਗੱਲ ਕਰਦਾ, ਮੈਂ ਜ਼ਿਆਦਾ ਪਿੱਛੇ ਵੀ ਨਹੀਂ ਜਾਂਦਾ, 1966 ਲੈ ਲਓ, 1965 ਲੈ ਲਓ, ਠੀਕ ਹੈ, ਜਾਂ 1970 ਲਾ ਲਓ, 1980 ਲਾ ਲਓ, ਇਸ ਤੋਂ ਪਹਿਲਾਂ ਲੇਬਰ ਕੌਣ ਕਰਦਾ ਸੀ ਪੰਜਾਬ ਦੇ ਵਿੱਚ? ਪਰ ਹਰਵਿੰਦਰ ਸਿੰਘ ਜੀ ਲੇਬਰ ਤਾਂ ਜਿਹੜੇ ਪ੍ਰਵਾਸੀ ਆ ਉਹ ਅੱਜ ਤੇ ਤਾਂ ਨਹੀਂ ਆਏ। ਦੇਖੋ 47 ਦੀ ਗੱਲ ਕਰ ਲੈਂਦੇ ਆ ਜੀ, ਸਾਧਨ ਨਹੀਂ ਸੀਗੇ। ਪੰਜਾਬ ਕੀ ਗੱਲ, ਪੰਜਾਬ ਜਦੋਂ ਤੋਂ ਬੈਠਾ ਆ, ਜਦੋਂ ਦਾ ਪੰਜਾਬ ਹੋਂਦ ਵਿੱਚ ਆਈ ਹੈ, ਪਰ ਉਦੋਂ ਹਰਵਿੰਦਰ ਸਿੰਘ ਜੀ ਬਾਹਰ ਜਾਣ ਦਾ ਵੀ ਇੰਨਾ ਟ੍ਰੈਂਡ ਨਹੀਂ ਸੀਗਾ ਉਦੋਂ ਪੰਜਾਬ ਦੇ। ਜਸਕੀਰਤ ਜੀ ਮੇਰੀ ਗੱਲ ਨਹੀਂ ਪੂਰੀ ਹੋਈ ਹੈ ਜੀ, ਮੇਰੀ ਗੱਲ ਪਹਿਲਾਂ ਪੂਰੀ ਹੋ ਲੈਣ ਦਿਓ, ਫਿਰ ਤੁਸੀਂ ਕੰਟੀਨਿਊ ਕਰੋ ਜੀ। ਦੇਖੋ ਜਸਕੀਰਤ ਜੀ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਜੇ ਸਾਰਾ ਪ੍ਰਵਾਸੀ ਜਿਹੜਾ ਆ ਉਹ ਪ੍ਰਵਾਸ ਕਰ ਲਏਗਾ ਔਰ ਆਪਣੀਆਂ ਸਟੇਟਾਂ 'ਚ ਵਾਪਸ ਚਲੇ ਜਾਂਦਾ, ਥੋੜੀ ਦੇਰ ਆਪਾਂ ਇਸ ਗੱਲ ਨੂੰ ਸੋਚ ਲੈਂਦੇ ਆ ਜੀ। ਦੇਖੋ ਮੰਨ ਲਓ ਤੁਹਾਡੇ ਘਰੇ ਤੁਸੀਂ ਅੱਜ ਬੈਠੇ ਹੋ, ਤੁਹਾਡੇ 4 ਬੱਚੇ ਵੀ ਨੇ, ਇੱਕ ਤੁਹਾਡੀ ਵਾਈਫ ਵੀ ਹੈ, ਔਰ ਤੁਹਾਨੂੰ ਘਰੋਂ ਕੱਢ ਦਿੱਤਾ ਜਾਂਦਾ ਤਾਂ ਤੁਸੀਂ ਕੀ ਕਰੋਗੇ? ਤੁਸੀਂ ਆਪਣਾ ਕੋਈ ਹੀਲਾ ਵਸੀਲਾ ਕਰੋਗੇ ਜੀ, ਹੱਥ ਪੈਰ ਮਾਰੋਗੇ ਕਿਤੇ ਨਾ ਕਿਤੇ ਕੰਮ ਕਰਨ ਵਾਸਤੇ ਜੀ, ਰੋਜੀ ਰੋਟੀ ਚਲਾਓਗੇ, ਰਹਿਣ ਵਾਸਤੇ ਛੱਤ ਵੀ ਲੱਭੋਗੇ, ਬਿਲਕੁਲ ਠੀਕ ਹੈ। ਔਰ ਇਹੀ ਚੀਜ਼ ਹੈ ਇਹਨਾਂ ਦਾ ਆ, ਸਾਡੇ ਲੋਕਾਂ ਦੇ ਵਿੱਚ ਵੇਲੜਪਣਾ ਬਹੁਤ ਜ਼ਿਆਦਾ ਆ ਗਿਆ, ਸਾਡੇ ਪੰਜਾਬੀਆਂ ਦੇ ਵਿੱਚ ਵੇਲੜਪਣਾ ਬਹੁਤ ਜ਼ਿਆਦਾ ਆ ਗਿਆ ਜੀ। ਜਦੋਂ ਪ੍ਰਵਾਸੀ ਪ੍ਰਵਾਸ ਕਰਕੇ ਵਾਪਸ ਚਲੇ ਜਾਊਗਾ, ਸ਼ਾਇਦ ਇਹਨਾਂ ਨੂੰ ਅਕਲ ਹੀ ਉਦੋਂ ਆਊਗੀ, ਠੀਕ ਹੈ, ਕੰਮ ਨਹੀਂ ਕਰਨਾ, ਉਸ ਤੋਂ ਬਾਅਦ ਵਿੱਚ ਲੇਬਰ ਕਰਨੀ, ਉਹ ਲੇਬਰ ਕਰਨ ਨੂੰ ਜਿਹੜਾ ਸੀਗਾ ਉਹ ਇਹਨਾਂ ਨੇ ਉਹ ਆਪਣਾ ਮਾੜਾ ਸਮਝਦੇ ਸੀ, ਕਿਸੇ ਦੀ ਲੇਬਰ ਕਰਨੀ, ਕਿਸੇ ਦਾ ਕੰਮ ਕਰਨਾ। ਪੁਰਾਣੇ ਸਮੇਂ ਦੇ ਵਿੱਚ ਜਦੋਂ ਲੋਕ ਇੱਕ ਦੂਜੇ ਦਾ ਕੰਮ ਕਰਦੇ ਸੀ ਤੇ ਭਾਈਚਾਰਾ ਜ਼ਿਆਦਾ ਮਜ਼ਬੂਤ ਸੀ ਜੀ। ਅੱਜ ਲੋਕਾਂ ਦੇ ਵਿੱਚ ਦੂਰੀਆਂ ਪੈ ਗਈਆਂ, ਨੇੜਤਾ ਖਤਮ ਹੋ ਗਈ, ਠੀਕ ਹੈ, ਤੇ ਲੋੜ ਲੇਬਰ ਉਸੇ ਬੰਦੇ ਨੇ ਕਰਨੀ ਹੈ ਜਿਹਨੂੰ ਲੋੜ ਹੁੰਦੀ ਹੈ। ਤੁਸੀਂ ਅੱਜ ਵੀ ਮੰਡੀਆਂ ਦੇ ਵਿੱਚ ਜਾਓਗੇ, ਲੇਬਰ ਚੌਂਕਾਂ ਦੇ ਵਿੱਚ ਜਾਓਗੇ, ਜਿੱਥੇ ਲੇਬਰ ਖੜੀ ਆ ਉੱਥੇ ਤੁਹਾਨੂੰ ਪੰਜਾਬੀ ਖੜੇ ਜ਼ਰੂਰ ਮਿਲੂਗੇ ਜੀ, ਠੀਕ ਹੈ। ਲੇਕਿਨ ਲੋਕਾਂ ਦਾ ਟ੍ਰੈਂਡ ਇਹ ਹੈਗਾ ਕਿ ਉਹ ਪੰਜਾਬੀ ਲੇਬਰ ਨੂੰ ਕੰਮ ਨਹੀਂ ਦਿੰਦੇ, ਪ੍ਰਵਾਸੀ ਲੇਬਰ ਨੂੰ ਕੰਮ ਦੇ ਦਿੰਦੇ ਆ, ਇਹ 'ਚ ਕੋਈ ਦੋ ਰਾਏ, ਠੀਕ ਹੈ। ਔਰ ਇਹੀ ਵਜ੍ਹਾ ਹੈਗੀ ਆ। ਦੂਜੀ ਗੱਲ ਇਹ ਹੈਗੀ ਆ ਕਿ ਜਦੋਂ ਇਹਨਾਂ ਦੇ ਸਿਰ ਦੇ ਉੱਤੇ ਪਊਗੀ, ਇਹਨਾਂ ਨੂੰ ਕਰਨੀ ਹੀ ਪੈਣੀ ਆ, ਹੋਰ ਕੋਈ ਰਸਤਾ ਹੀ ਨਹੀਂ ਬਚਣਿਆ। ਔਰ ਲੇਬਰ ਹੈ ਕਿਹੜੀ ਹੈ ਇੱਥੇ, ਠੀਕ ਹੈ। ਔਰ ਜੇ ਆਪਾਂ ਗੱਲ ਕਰਦੇ ਹਾਂ,
ਮਸਲਾ ਕਿਸੇ ਵੀ ਪ੍ਰਵਾਸੀ ਦੇ ਨਾਲ ਕਿਸੇ ਵੀ ਪੰਜਾਬੀ ਦਾ ਕੋਈ ਵੈਰ ਵਿਰੋਧ ਨਹੀਂਗਾ ਜੀ। ਮਸਲਾ ਸਿਰਫ ਇਹ ਹੈਗਾ ਕਿ ਚੱਲ ਠੀਕ ਹੈ, ਤੈਨੂੰ ਅਸੀਂ ਕੰਮ ਕਰਨ ਨੂੰ ਥਾਂ ਦਿੱਤੀ ਹੈ, ਤੂੰ ਕੰਮ ਕਰਦਾ ਪਿਆ, ਅੱਜ ਸਾਨੂੰ ਵੀ ਲੋੜ ਹੈ, ਸਾਨੂੰ ਵੀ ਕਰਨ ਦੇ। ਔਰ ਇਹਦੇ ਵਿੱਚ ਜੇ ਇੱਕ ਪੰਜਾਬੀ ਬੰਦਾ ਵੀ ਆਪਣਾ ਉਸੇ ਥਾਂ ਦੇ ਉੱਤੇ ਸਬਜ਼ੀ ਲਾਉਣੀ ਚਾਹੁੰਦਾ, ਰੇਹੜੀ ਲਾਉਣੀ ਚਾਹੁੰਦਾ ਜਾਂ ਕੋਈ ਕੰਮ ਕਰਨਾ ਚਾਹੁੰਦਾ, ਤੇ ਉਹ ਚੀਜ਼ ਜਿਹੜੀ ਹੈ ਉਹ ਸਹਿਣ ਸ਼ਕਤੀ ਉਹ ਪ੍ਰਵਾਸੀ ਮਜ਼ਦੂਰਾਂ ਦੇ ਵਿੱਚ ਹੋਣੀ ਚਾਹੀਦੀ ਹੈ। ਉਹ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜਾ ਭਾਈਚਾਰਾ ਜਿਹੜਾ ਹੈਗਾ ਉਹ ਬਣਿਆ ਰਵੇ। ਨਹੀਂ ਤਾਂ ਫਿਰ ਕੱਲ ਨੂੰ ਜਿਹੜਾ ਇਹ ਮੁੱਦਾ ਜਿਹੜਾ ਹੈਗਾ ਇਹ ਸਟੇਟਾਂ ਦਾ ਬਣ ਜਾਣਾ। ਠੀਕ ਹੈ, ਜਿਵੇਂ ਪਿੱਛੇ ਜਿਹੇ ਗੱਲ ਫੈਲੀ ਸੀਗੀ ਕਿ ਮਹਾਰਾਸ਼ਟਰ ਦੇ ਵਿੱਚ ਜਿਹੜਾ ਸੀਗਾ ਨਾਰਥ ਇੰਡੀਅਨਸ ਨੂੰ ਕੱਢਣਾ ਸ਼ੁਰੂ ਕਰ ਦਿੱਤਾ, ਫਿਰ ਇੱਕ ਤਾਮਿਲਨਾਡੂ ਦੇ ਵਿੱਚ ਘਟਨਾ ਵਾਪਰੀ ਸੀ, ਉਹ ਸ਼ਾਇਦ ਉਹ ਝੂਠੀ ਖਬਰ ਸੀਗੀ, ਲੇਕਿਨ ਕਿਸੇ ਬੰਦੇ ਨੇ ਉਹਦਾ ਜਿਹੜਾ ਇੱਕ ਗਲਤ ਵੀਡੀਓ ਵਾਇਰਲ ਕਰਕੇ ਜਿਹੜਾ ਸੀਗਾ ਉੱਥੇ ਲੋਕਾਂ ਨੂੰ ਕਿੰਨਾ ਜ਼ਿਆਦਾ ਪਰੇਸ਼ਾਨ ਕੀਤਾ ਗਿਆ। ਔਰ ਇਹੋ ਜਿਹੀਆਂ ਘਟਨਾਵਾਂ ਵਾਸਤੇ ਬਹੁਤ ਜ਼ਰੂਰੀ ਹੈਗਾ ਆ ਕਿ ਪ੍ਰਵਾਸੀ ਮਜ਼ਦੂਰ ਜਿਹੜਾ ਹੈਗਾ ਉਹ ਆਪਣੇ ਦਿਲ ਦਿਮਾਗ ਦੇ ਅੰਦਰ ਜਿਹੜੀ ਹੈਗੀ ਆ ਉਹ ਥੋੜ੍ਹੀ ਜਿਹੀ ਸਹਿਣ ਸ਼ਕਤੀ ਵਧਾਉਣ ਕਿ ਜਿਸ ਪੰਜਾਬ ਦੇ ਵਿੱਚ ਰਹਿ ਕੇ ਤੁਸੀਂ ਕੰਮ ਕਰ ਰਹੇ ਹੋ, ਆਪਣੇ ਪਰਿਵਾਰ ਪਾਲ ਰਹੇ ਹੋ, ਤੁਸੀਂ ਆਪਣੀ ਰੋਜੀ ਰੋਟੀ ਚਲਾ ਰਹੇ ਹੋ, ਜੇ ਉਸ ਪੰਜਾਬੀ ਨੂੰ ਵੀ ਤੁਸੀਂ ਕੰਮ ਨਹੀਂ ਕਰਨ ਦਿੱਤਾ ਤੇ ਫਿਰ ਅੱਗੇ ਕੰਮ ਕਰਨ ਦੀਆਂ ਉਮੀਦਾਂ ਹੈ ਨਹੀਂ ਗੀਆਂ। ਜੀ ਬਿਲਕੁਲ ਹਰਵਿੰਦਰ ਸਿੰਘ ਜੀ, ਪਰ ਮੇਰਾ ਇੱਕ ਮਨ ਦੇ ਵਿੱਚ ਜਿਹੜਾ ਸਵਾਲ ਹੈ ਉਹ ਮੁੜਿਆ ਸੀਗਾ ਤੇ ਮੈਂ ਉਹ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਇੱਕ ਚੀਜ਼ ਨੂੰ ਪਰਖੋ ਕਿ ਇੱਕ ਪ੍ਰਵਾਸੀ ਆ ਉਹ 10 ਸਾਲ ਤੋਂ ਇੱਕ ਥਾਂ ਤੇ ਕੰਮ ਕਰ ਰਿਹਾ ਜੀ, ਠੀਕ ਹੈ, ਤੇ ਉਹਦੀ ਸੋਚ ਇਹ ਆ ਵੀ ਇੱਥੇ ਮੈਂ ਆ ਚੀਜ਼ ਵੇਚਦਾ ਇਹ ਏਰੀਏ ਦੇ ਵਿੱਚ, ਠੀਕ ਹੈ। ਹੁਣ ਇਸ ਏਰੀਏ ਦੇ ਵਿੱਚ ਪਿਛਲੇ 10 ਸਾਲਾਂ ਤੋਂ ਕੋਈ ਨਹੀਂ ਆਇਆ ਜੀ। ਅੱਜ ਜੇ ਕੋਈ ਆ ਜਾਂਦਾ ਤਾਂ ਮੇਰੇ ਵਪਾਰ 'ਚ ਫਰਕ ਪੈਂਦਾ ਹੈ। ਇੱਕ ਪ੍ਰਵਾਸੀ ਜਿਹੜਾ ਬਾਹਰੋਂ ਇਹ ਭਰੋਸਾ ਕਰਕੇ ਆਇਆ ਕਿ ਬਈ ਮੈਂ ਪੰਜਾਬ ਦੇ ਵਿੱਚ ਜਾਊਂਗਾ ਤੇ ਕੁਝ ਨਾਮ ਕਮਾਊਂਗਾ ਜਾਂ ਪੈਸਾ ਜਾਂ ਰੋਟੀ ਰਿਜ਼ਕ ਕਮਾਊਂਗਾ, ਆਪਣੇ ਘਰਦਿਆਂ ਨੂੰ ਜਿਹੜੇ ਮੇਰੇ ਰਹਿੰਦੇ ਆ ਪਿੰਡ 'ਚ ਉਹਨਾਂ ਨੂੰ ਦਊਂਗਾ, ਠੀਕ ਹੈ ਜੀ। ਤੇ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਯਕਦਮ ਹੀ ਇੱਕ ਕੋਈ ਚੀਜ਼ ਆ ਜਾਵੇ ਮੂਹਰੇ ਤਾਂ ਉਹਨਾਂ ਦੀ ਜਗ੍ਹਾ ਜੇ ਪ੍ਰਵਾਸੀਆਂ ਦੀ ਥਾਂ ਤੇ ਵੀ ਜੇ ਪੰਜਾਬੀ ਹੁੰਦੇ ਤਾਂ ਉਹਨਾਂ 'ਚ ਵੀ ਲੜਾਈ ਹੁੰਦੀ। ਇੱਕ ਸਵਾਲ ਤਾਂ ਇਹ ਸੀ। ਦੂਜਾ ਜਿਹੜਾ ਮੇਰਾ ਸਵਾਲ ਹੈ ਹਰਵਿੰਦਰ ਸਿੰਘ ਜੀ ਉਹ ਇਹ ਆ ਕਿ ਆਪਾਂ ਨੂੰ ਨਿੱਤ ਜਿਹੜਾ ਆ ਖਬਰਾਂ ਸੁਣਨ ਨੂੰ ਮਿਲਦੀ ਹੈ ਕਿ ਪ੍ਰਵਾਸੀਆਂ ਦੇ ਤੇ ਪੰਜਾਬੀਆਂ ਦੇ ਲੜਾਈ ਹੋਈ ਆ, ਇਹਦੇ ਤੇ ਗੌਰਮੈਂਟ ਆਪਣੇ ਐਕਸ਼ਨ ਕਿਉਂ ਨਹੀਂ ਲੈਂਦੀ ਜਾਂ ਗੌਰਮੈਂਟ ਵੱਜੋਂ ਕੋਈ ਬਿਆਨ ਕਿਉਂ ਨਹੀਂ ਆਉਂਦਾ? ਇਹ ਸਭ ਤੋਂ ਮੇਨ ਮੁੱਦਾ ਆ ਕਿ ਗੌਰਮੈਂਟ ਨੂੰ ਕੀ ਚਾਹੀਦਾ ਹੈ ਇਹਦੇ ਵਿੱਚ ਕਰਨਾ। ਇਹ ਕੋਈ ਮੇਨ ਮੁੱਦਾ ਨਹੀਂ ਹੈ। ਜੇ ਇਹਦੇ ਵਿੱਚ ਜਸਕੀਰਤ ਜੀ ਸਰਕਾਰ ਇਨਵੋਲਵ ਹੋ ਗਈ ਤਾਂ ਇਹ ਸਿਆਸੀ ਮੁੱਦਾ ਬਣ ਜਾਣਾ। ਫਿਰ ਇਹ ਜਿਹੜਾ ਕਲੈਸ਼ ਹੋ ਰਿਹਾ ਹੋ ਸਕਦਾ ਸ਼ਾਇਦ ਇਹ ਹਿੰਦੂ ਸਿੱਖ ਦਾ ਕਲੈਸ਼ ਬਣ ਜਾਵੇ ਕੱਲ ਨੂੰ ਜੀ, ਠੀਕ ਹੈ। ਰਹੀ ਗੱਲ ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਤੁਸੀਂ ਪਿਛਲੇ 10 ਸਾਲ ਤੋਂ ਚਲਾ ਰਹੇ ਹੋ ਔਰ ਅਚਾਨਕ ਕੋਈ ਬੰਦਾ ਉੱਥੇ ਆ ਕੇ ਕੰਮ ਸ਼ੁਰੂ ਕਰ ਦਿੰਦਾ ਤੇ ਵਪਾਰ ਨੂੰ ਫਰਕ ਪੈ ਜਾਂਦਾ। ਦੇਖੋ ਜੀ, ਸਭ ਤੋਂ ਪਹਿਲਾਂ ਤੇ ਇਹ ਸਾਨੂੰ ਸੰਵਿਧਾਨਿਕ ਹੱਕ ਹੈ ਕੰਮ ਕਰਨ ਦਾ ਜੀ, ਇੱਥੇ ਕਿਸੇ ਦਾ ਕੋਈ ਪਰਸਨਲ ਹੱਕ ਨਹੀਂ ਹੈ ਜੀ। ਜੇ ਅਸੀਂ ਕੰਮ ਕਰਨਾ ਹੈਗਾ, ਜਿੱਥੇ ਕੋਈ ਜਗ੍ਹਾ ਮੁਕਰਰ ਹੈਗੀ ਅਸੀਂ ਉੱਥੇ ਜਾ ਕੇ ਕੰਮ ਕਰ ਸਕਦੇ ਆ ਔਰ ਕੋਈ ਰੋਕ ਨਹੀਂ ਸਕਦਾ। ਇਹ ਕਾਨੂੰਨਨ ਹੀ ਤੁਸੀਂ ਕਿਸੇ ਬੰਦੇ ਨੂੰ ਕੰਮ ਕਰਨ ਤੋਂ ਨਹੀਂ ਰੋਕ ਸਕਦੇ ਜਿੰਨੀ ਦੇਰ ਤੱਕ ਕੋਈ ਕਾਨੂੰਨ ਭੰਗ ਨਹੀਂ ਕਰਦਾ। ਦੂਜੀ ਗੱਲ ਮੈਂ ਕਰ ਦਿੰਦਾ ਤੁਹਾਨੂੰ ਕਿ ਮੰਨ ਲਓ ਤੁਸੀਂ ਕਿਹਾ ਕਿ 10 ਸਾਲ ਤੋਂ ਬੰਦਾ ਕੰਮ ਕਰ ਰਿਹਾ ਔਰ ਅਚਾਨਕ ਕੋਈ ਬੰਦਾ ਆ ਜਾਂਦਾ ਤੇ ਕੰਮ ਨੂੰ ਫਰਕ ਪੈ ਜਾਂਦਾ। ਨਹੀਂ, ਪ੍ਰਵਾਸੀ ਮਜ਼ਦੂਰਾਂ ਨੇ ਇੱਥੇ ਇੱਕ ਗਲਤ ਜਿਹੜੀ ਸਟ੍ਰੈਟਜੀ ਆਪਣੇ ਦਿਮਾਗ ਦੇ ਵਿੱਚ ਬਣਾ ਲਈ। ਜਦੋਂ ਤੁਸੀਂ ਕਿਤੇ ਰੋਡ ਦੇ ਉੱਤੇ ਗੱਡੀ ਚਲਾਉਂਦੇ ਹੋ ਤੇ ਅਚਾਨਕ ਤੁਹਾਡੇ ਮੂਹਰੇ ਕੋਈ ਗੱਡੀ ਆ ਜਾਵੇ ਤੇ ਤੁਹਾਡਾ ਫਰਜ਼ ਬਣਦਾ ਬ੍ਰੇਕਾਂ ਲਾਉਣ ਦਾ ਜੀ, ਨਾ ਕਿ ਸਿੱਧੀ ਉਹਦੇ ਵਿੱਚ ਜਾ ਕੇ ਟੱਕਰ ਮਾਰ ਕੇ ਤੇ ਖਰਾਬ ਕਰ ਲਓ ਸਾਰਾ ਕੁਝ, ਐਕਸੀਡੈਂਟ ਕਰਨ ਦਾ। ਇੱਥੇ ਉਹੀ ਚੀਜ਼ ਹੋ ਰਹੀ ਹੈ। ਜੇ ਪ੍ਰਵਾਸੀ ਮਜ਼ਦੂਰ ਦੇ ਕੋਲ ਕੋਈ ਪੰਜਾਬੀ ਮਜ਼ਦੂਰ ਜਾਂ ਕੋਈ ਰੇਹੜੀ ਫੜੀ ਲਾ ਕੇ ਆ ਕੇ ਕੋਈ ਆਪਣਾ ਕੰਮ ਕਰਨਾ ਚਾਹੁੰਦਾ ਆ ਤੇ ਉੱਥੇ ਸਿੱਧੀ ਉਹਦੇ ਨਾਲ ਟੱਕਰ ਨਹੀਂ ਲੈਣੀ ਚਾਹੀਦੀ ਜਾਂ ਸਿੱਧਾ ਉਹਦੇ ਵਿੱਚ ਨਹੀਂ ਸੀ ਜਾ ਕੇ ਵੱਜਣਾ ਚਾਹੀਦਾ, ਉਹਨੂੰ ਉਹਦੇ ਨਾਲ ਗੱਲ ਕਰਨੀ ਚਾਹੀਦੀ ਸੀ। ਦੂਜੀ ਗੱਲ ਇਹ ਹੈਗੀ ਆ ਕਿ ਜੇ ਉਹ ਕੰਮ ਕਰ ਰਿਹਾ, ਜੇ ਕੋਈ ਚੀਜ਼ ਵੇਚ ਰਿਹਾ, ਉਹ ਸਸਤੀ ਵੇਚ ਰਿਹਾ ਜਾਂ ਮਹਿੰਗੀ ਵੇਚ ਰਿਹਾ ਹੈਗਾ, ਉਹ ਉਹਦਾ ਪਰਸਨਲ ਮੈਟਰ ਹੈਗਾ ਜੀ। ਔਰ ਇਸ ਚੀਜ਼ਾਂ ਦੇ ਵਿੱਚ ਕਿਸੇ ਵੀ ਬੰਦੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਤੁਸੀਂ ਬਾਜ਼ਾਰ ਜਾਂਦੇ ਹੋ, ਤੁਸੀਂ ਕੱਪੜਿਆਂ ਦੇ ਬਾਜ਼ਾਰ 'ਚ ਵੜਦੇ ਹੋ, ਕਿੰਨੀਆਂ ਦੁਕਾਨਾਂ ਹੁੰਦੀਆਂ ਕੱਪੜੇ ਦੀਆਂ ਉੱਥੇ ਜੀ। ਜਿਹੜਾ ਉੱਥੇ ਪਹਿਲਾਂ ਬੈਠਿਆ ਹੁੰਦਾ ਉਹਨੇ ਵੀ ਕੱਪੜੇ ਦੀ ਦੁਕਾਨ ਖੋਲੀ ਹੁੰਦੀ ਹੈ, ਕੁਝ ਨਵੇਂ ਵੀ ਆ ਕੇ ਬੈਠੇ ਹੁੰਦੇ, ਕੋਈ 20 ਸਾਲ ਦਾ ਬੈਠੇ, ਕੋਈ 5 ਸਾਲ ਤੋਂ ਬੈਠਾ, ਕੋਈ 4 ਸਾਲ ਤੋਂ ਬੈਠਾ, ਤੇ ਉੱਥੇ ਤਾਂ ਫਿਰ ਉਹ ਲੋਕੀ ਲੜ ਕੇ ਮਰ ਜੂਗੇ। ਇੱਦਾਂ ਤਾਂ ਫਿਰ ਇੱਕ ਹੀ ਬੱਸ ਚੱਲੇਗੀ, ਇੱਕ ਹੀ ਟੈਕਸੀ ਚੱਲੇਗੀ, ਇੱਕ ਹੀ ਦੁਕਾਨ ਹੋਏਗੀ, ਇੱਕ ਹੀ ਕਰਿਆਨੇ ਦੀ ਦੁਕਾਨ ਹੋਊਗੀ। ਇੱਦਾਂ ਨਹੀਂ ਹੁੰਦਾ ਜਸਕੀਰਤ ਜੀ। ਕੰਮ ਕਰਨ ਦਾ ਸਾਰਿਆਂ ਨੂੰ ਅਧਿਕਾਰ ਹੈ ਔਰ ਪ੍ਰਵਾਸੀ ਮਜ਼ਦੂਰਾਂ ਨੂੰ ਇੱਥੇ ਕੋਈ ਤੰਗ ਨਹੀਂ ਕਰਦਾ, ਕੋਈ ਪਰੇਸ਼ਾਨ ਨਹੀਂ ਕਰਦਾ। ਜੇ ਤੁਹਾਨੂੰ ਕੰਮ ਕਰਨ ਵਾਸਤੇ ਅਸੀਂ ਹੱਕ ਦਿੱਤੇ ਨੇ, ਅਧਿਕਾਰ ਦਿੱਤੇ ਨੇ, ਤੇ ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਪੰਜਾਬੀਆਂ ਨੂੰ ਵੀ ਜਿਹੜਾ ਹੈਗਾ ਉਹ ਬਰਾਬਰ ਨਾਲ ਲਾ ਕੇ ਖੜੇ ਕਰਨ ਜੀ ਜੀ। ਸੋ ਪਰ ਕਿਤੇ ਨਾ ਕਿਤੇ ਅੱਜ ਦੀ ਜਿਹੜੇ ਸਥਿਤੀ ਆ ਹਰਵਿੰਦਰ ਸਿੰਘ ਜੀ, ਅੱਜ ਦਾ ਜਿਹੜਾ ਸਮਾਂ ਚੱਲਣ ਡਿਆ, ਮੈਂ ਤੇ ਤੁਸੀਂ ਚਲੋ ਆਪਾਂ ਦੋਵੇਂ ਪੰਜਾਬੀ ਆ ਜੀ ਜੀ,
ਪਰ ਅਸੀਂ ਮੰਨ ਲਓ ਕੋਈ ਲੇਬਰ ਫੜਨੀ ਆ ਜੀ ਜੀ ਠੀਕ ਹੈ, ਹੁਣ ਇੱਕ ਪਾਸੇ ਇੱਕ ਸਬਜ਼ੀ ਦੀ ਰੇੜੀ ਲੱਗੀ ਆ, ਜੀ। ਉੱਥੇ ਬਾਬਾ ਇੱਕ ਖਲੋਤਾ ਪੰਜਾਬੀ ਜੀ। ਠੀਕ ਹੈ, ਉਹ ਸਬਜ਼ੀ ਵੇਚਣ ਡਿਆ, ਦੂਜੇ ਪਾਸੇ ਇੱਕ ਪ੍ਰਵਾਸੀ ਭਰਾ ਆਪਣਾ ਖੜਾ ਆ ਜੀ ਠੀਕ ਹੈ। ਲੋਕ ਵੀ ਪੰਜਾਬੀ ਹੋਣ ਦੇ ਨਾਤਰ ਮੈਂ ਤੁਹਾਨੂੰ ਇਹ ਦੱਸ ਰਿਹਾ, ਇੱਕ ਭਾਵੇਂ ਪੰਜਾਬੀ ਕਿਉਂ ਨਾ ਚੱਲ ਜਾਓ, ਉਹਨੂੰ ਦਿਸਦਾ ਆਪਣੀਆਂ ਅੱਖਾਂ 'ਚੋਂ ਵੀ ਇੱਕ ਬਾਬਾ ਖੜਿਆ ਹੋਇਆ ਠੀਕ ਹੈ, ਪਰ ਉਹ ਫਿਰ ਵੀ ਇੱਕ ਪ੍ਰਵਾਸੀ ਭਰਾ ਤੋਂ ਲਏਗਾ। ਲੇਬਰ ਖੜੀ ਹੋਈ ਆ ਉੱਥੇ ਸਟੈਂਡ ਤੇ, ਜੀ, ਜੀ। ਲੇਬਰ ਪੰਜਾਬੀ ਵੀ ਖੜੀ ਆ, ਲੇਬਰ ਪ੍ਰਵਾਸੀਆਂ ਦੀ ਵੀ ਖੜੀ ਆ, ਪਰ ਫਿਰ ਵੀ ਪੰਜਾਬੀ ਬੰਦਾ ਆਪ ਪ੍ਰਵਾਸੀਆਂ ਨੂੰ ਜਿਹੜਾ ਹੈਗਾ ਉਹ ਅਹਿਮਤ ਦਿੰਦਾ ਆ ਪੰਜਾਬੀਆਂ ਨਾਲੋਂ। ਜੀ ਜੀ ਸੋ ਇਹਦੇ 'ਚ ਮਤਲਬ ਹੁਣ ਕਿਹਦਾ ਫੋਲਟ ਆ? ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਗੱਲ ਦੱਸਣਾ ਕਿ ਗੱਲ ਕੁਛ ਨਹੀਂ ਹੈਗੀ ਜੀ ਗੱਲ ਹੈਗੀ ਆ ਸੋਚ ਦੀ, ਜੀ ਤੰਗ ਦਿਲੀ ਦੀ ਜੀ ਠੀਕ ਹੈ। ਔਰ ਉਹ ਚੀਜ਼ ਸਾਨੂੰ ਦੇਖਣੀ ਚਾਹੀਦੀ ਹੈਗੀ ਆ ਕਿ ਜੇ ਤੁਸੀਂ ਸਬਜ਼ੀ ਜਿਹਦੇ ਕੋਲੋਂ ਮਰਜ਼ੀ ਲਵੋ, ਲੇਬਰ ਜਿਹਦੇ ਕੋਲੋਂ ਮਰਜ਼ੀ ਲਵੋ, ਇਹ ਮੈਟਰ ਨਹੀਂ ਕਰਦਾ ਤੁਹਾਡਾ ਜੀ। ਠੀਕ ਹੈ। ਇਹਦੇ ਵਿੱਚ ਆਮ ਲੋਕਾਂ ਦਾ ਆਪਣੀ ਸਮਝ ਹੈ, ਆਪਣੇ ਤਰੀਕੇ ਨਾਲ ਚੱਲਦੇ ਆ ਕਿਉਂਕਿ ਉਹਨਾਂ ਨੇ ਕੰਮ ਕਰਾਉਣਾ ਹੈਗਾ ਠੀਕ ਹੈ। ਬਾਕੀ ਰਹੀ ਗੱਲ ਜੇ ਆਪਾਂ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰਦੇ ਆ, ਉਹਨਾਂ ਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ, ਕੋਈ ਤੰਗ ਪਰੇਸ਼ਾਨ ਨਹੀਂ ਕਰ ਰਿਹਾ ਕਿਸੇ ਨੂੰ ਵੀ ਠੀਕ ਹੈ। ਅਸੀਂ ਇਹ ਵੀ ਕਹਿ ਰਹੇ ਹਾਂ ਕਿ ਪ੍ਰਵਾਸੀ ਮਜ਼ਦੂਰ ਵੀ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਦੇ, ਇੱਕੇ ਦੁੱਕਿਆਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਔਰ ਉਹ ਚੀਜ਼ ਜਿਹੜਾ ਉੱਥੇ ਠੇਕੇਦਾਰ ਹੁੰਦਾ ਜਾਂ ਜਿਹੜਾ ਵੀ ਉੱਥੇ ਮੰਡੀ ਲਾਉਂਦਾ ਜਾਂ ਫੜੀ ਲਾਉਂਦਾ, ਉਹ ਜਿਹੜਾ ਠੇਕੇਦਾਰ ਹੁੰਦਾ ਉਹਨੂੰ ਇਹ ਗੱਲ ਸਮਝ ਜਾਣੀ ਚਾਹੀਦੀ ਹੈਗੀ ਆ ਕਿ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਇਦਾਂ ਦੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਨੇ, ਉਹ ਜਿਹੜਾ ਮਾਹੌਲ ਹੈ, ਉਹ ਭਾਈਚਾਰਕ ਜਿਹੜਾ ਮਾਹੌਲ ਬਣਿਆ ਹੋਇਆ ਉਹਨਾਂ ਨੂੰ ਖਰਾਬ ਕਰਦੇ ਆ। ਔਰ ਸਦੀਆਂ ਤੋਂ ਪ੍ਰਵਾਸੀ ਮਜ਼ਦੂਰ ਇੱਥੇ ਬੈਠੇ ਆ, ਸਾਡੇ ਵੀ ਫੈਮਲੀਆਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ 20-20 ਸਾਲ ਹੋ ਗਏ ਕੰਮ ਕਰਦਿਆਂ ਨੂੰ, ਕਿਸੇ ਨੂੰ ਕੁਝ ਨਹੀਂ ਕਿਹਾ ਹੈਗਾ ਠੀਕ ਹੈ। ਔਰ ਬਰਾਬਰ ਕੰਮ ਚੱਲਦਾ, ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ। ਬਾਕੀ ਰਹੀ ਗੱਲ ਇਹ ਹੈਗੀ ਆ ਕਿ ਹਰ ਬੰਦੇ ਦੀ ਆਪਣੀ ਸਮਝ ਹੈ ਔਰ ਅਸੀਂ ਵੀ ਇਹੀ ਕਹਿੰਦੇ ਆ ਕਿ ਤੁਸੀਂ ਆਪਣੀ ਸਮਝ ਦੇ ਨਾਲ ਚੱਲੋ। ਜੇ ਤੁਸੀਂ ਸਬਜ਼ੀ ਲੈਣੀ ਹੈ ਜਾਂ ਤੁਸੀਂ ਕੋਈ ਲੇਬਰ ਕਰਾਉਣੀ ਹੈ ਤੇ ਡਜ਼ਨਟ ਮੈਟਰ ਕਿ ਤੁਸੀਂ ਪੰਜਾਬੀ ਬੰਦੇ ਕੋਲ ਕਰਾਉਣੀ ਹੈ ਜਾਂ ਕਿਸੇ ਪ੍ਰਵਾਸੀ ਮਜ਼ਦੂਰ ਦੇ ਕੋਲੋਂ ਕਰਾਉਣੀ ਹੈ, ਉਹ ਤੁਹਾਡੀ ਆਪਣੀ ਨਿੱਜੀ ਇੱਛਾ ਹੈਗੀ ਆ। ਆਪਣਾ ਸਬਜੈਕਟ ਇਹ ਹੈਗਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੇ ਵਿੱਚ ਤੇ ਪੰਜਾਬੀਆਂ ਦੇ ਵਿੱਚ ਜੋ ਕਲੈਸ਼ ਚੱਲਦਾ ਹੈਗਾ ਆ, ਉਹਨੂੰ ਸਿਆਸੀ ਰੰਗ ਨਹੀਂ ਚੜ੍ਹਨਾ ਚਾਹੀਦਾ ਠੀਕ ਹੈ। ਉਹ ਇੱਕ ਭਾਈਚਾਰਾ ਹੈਗਾ ਔਰ ਉਹ ਭਾਈਚਾਰਾ ਜਿਹੜਾ ਉਹ ਟੁੱਟਣਾ ਨਹੀਂ ਚਾਹੀਦਾ। ਜੀ ਬਿਲਕੁਲ ਹਰਵਿੰਦਰ ਸਿੰਘ ਜੀ, ਤੁਹਾਡੀ ਗੱਲ ਨਾਲ ਕਿਤੇ ਨਾ ਕਿਤੇ ਮੈਂ ਜ਼ਰੂਰ ਸਹਿਮਤ ਹਾਂ, ਪਰ ਹਰ ਇਨਸਾਨ ਦੇ, ਹਰ ਇੰਡੀਵਿਜੂਅਲ ਦੀ ਆਪਣੀ ਸੋਚ ਹੈ, ਆਪਣੀ ਥਿੰਕਿੰਗ ਹੈ ਠੀਕ ਹੈ ਜੀ। ਤੇ ਐਂਡ 'ਚ ਤਾਂ ਆਪਾਂ ਇਹੀ ਕਵਾਂਗੇ ਵੀ ਪ੍ਰਵਾਸੀ ਹੋਣ ਭਾਵੇਂ ਪੰਜਾਬੀ ਹੋਣ, ਸਾਰਿਆਂ ਨੂੰ ਆਪਣਾ ਹੱਕ ਮਿਲੇ, ਆਪਣੀ ਰਿਜ਼ਕ ਮਿਲੇ, ਕਿਉਂਕਿ ਉਹ ਜਿਹੜਾ ਬਾਬਾ ਹੈਗਾ ਮਿਲ ਜੁਲ ਕੇ ਰਹਿਣ ਕਿਉਂਕਿ ਉਹ ਜਿਹੜਾ ਬਾਬਾ ਹੈ ਉਹ ਸਾਰਿਆਂ ਨੂੰ ਹੀ ਆਪਣੀ ਰਿਜ਼ਕ ਦਿੰਦਾ ਆ ਔਰ ਸਾਰੇ ਹੀ ਉਹਦੇ ਹੀ ਹੁਕਮ ਨਾਲ ਖਾਂਦੇ ਨੇ ਠੀਕ ਹੈ। ਬਾਕੀ ਬਸ ਇਹੀ ਗੱਲ ਹੈ ਜੀ ਕਿ ਅਵਲ ਅੱਲਾ ਨੂਰ ਉਹ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਸੇ ਦੇ ਨਾਲ ਮੈਨੂੰ ਤੇ ਮੇਰੇ ਸਾਥੀ ਹਰਵਿੰਦਰ ਸਿੰਘ ਜੀ ਨੂੰ ਦਿਓ ਇਜਾਜ਼ਤ, ਮਿਲਦੇ ਆਪਾਂ ਫਿਰ ਇੱਕ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ। ਤਾਂ ਤੱਕ ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਹਰ ਜਸ ਟੀਵੀ, ਹਰ ਜਸ ਹਰ ਥਾਂ।